हम अवगुण भरे एक गुण नाही। अमृत छाड़ बिख बिख खाई, माया मोह परम पै भूले। सुत दारा स्यों प्रीत लगाई, एक उत्तम पंथ सुन्यो गुर संगत। तेह मिलंत जम त्रास मिटाई, एक अरदास पाठ कीरत की। गुर रामदास सुकहो टल गुर सेविया, अहनस सहज दर्शन परसे गुरु का। जन्म मरण दुख जाए, होवै सिफत संबंधी। नूर अर सोह कुर सोह चटिया, खुद डठे सच्चे पातशाह। मल जन्म जन्म दी कटिया, जन सच्चा पातशाह। सिर साहद साहो, जिस पास बैठया सोहिया। सबना दा वेसाहो। सतनाम श्री वाहेगुरु साहेब जी। वडहंस के वार महला चौथा। लल्ला बहलिमा के तुन गावणे, एक ओंकार सत गुर प्रसाद। श्लोक महला तीजा। शब्द रत्ते वडहंस है, सच नाम उरतार। सच संग्रह है, साध सच रह है। सच्चा नाम प्यार। शब्द रत्ते वडहंस है, सच नाम उरतार। सच संग्रह है, साध सच रह है। सच्चा नाम प्यार। सदा निर्मल मैल न लगई, नदर कीते करतार। नानक हूँ तिन कै बलिहारन, जो आन दिन जप है मुरार। महला तीजा। मैं जानिया वडहंस है, ता मैं किया संग। जे जाना बग बपुड़ा, ता जन्म ना देंदे अंग। महला तीजा। हंसा वेख तरंदया, बग्गा पे आया चाओ। डुब मुए बग बपुड़े, सिर तल ऊपर पाओ। पौड़ी तू आपे ही आप आप है, आप कारण किया। तू आपे आप निरंकार है, को अवर ना बिया।
ਕਰਨ ਕਾਰਨ ਸਮਰੱਥ ਹੈ, ਤੂੰ ਕਰਹਿ ਸੋ ਥੀਆ। ਤੂੰ ਅਣ ਮੰਗਿਆ ਦਾਨ ਦੇਵਨਾ, ਸਭਨਾ ਜੀਆ। ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਤੂੰ ਅਣ ਮੰਗਿਆ ਦਾਨ ਦੇਵਨਾ, ਸਭਨਾ ਜੀਆ। ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਬਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ। ਸਾਹਿਬੇ ਕਮਾਲ, ਪੰਥ ਦੇ ਵਾਲੀ, ਸਰਬੰਸਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਜ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸਾਹਿਬ ਨੌਵੇਂ ਗੁਰਦੇਵ ਜਿਸ ਵਕਤ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਲਈ ਤਿਲਕ ਤੇ ਜੰਜੂ ਦੀ ਰਾਖੀ ਖਾਤਰ ਦਿੱਲੀ ਸਨ, ਤਾਂ ਗੁਰਦੇਵ ਨੂੰ ਕੋਤਵਾਲੀ 'ਚ ਬੰਦ ਕੀਤਾ ਹੋਇਆ, ਜਿੱਥੇ ਸਤਿਗੁਰਾਂ ਦੇ ਬੜੇ ਪਿਆਰੇ ਅਨੰਨ 5 ਸੇਵਕ ਸਤਿਗੁਰਾਂ ਦੇ ਨਾਲ ਨੇ। ਕਲਗੀਧਰ ਪਾਤਸ਼ਾਹ ਜੀ ਦੀ ਪ੍ਰੀਖਿਆ ਲਈ ਸਾਹਿਬ ਨੌਵੇਂ ਪਾਤਸ਼ਾਹ ਨੇ ਪਾਵਨ ਸਲੋਕਾਂ ਦੀ ਰਚਨਾ ਕਰਕੇ ਭੇਜਿਆ। ਗੁਰਦੇਵ ਨੇ ਅੱਗੋਂ ਜਵਾਬ ਭੇਜਿਆ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਮਹਾਰਾਜ ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਬਸ ਇਹੀ ਜਾਣਨਾ ਸੀ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਸਾਹਿਬ ਜੀ ਸਨ। ਭਾਈ ਉਦਾ ਜੀ ਉਹਨਾਂ ਨੂੰ 5 ਪੈਸੇ ਨਾਰੀਅਲ ਦੇ ਕੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਰਵਾਨਾ ਕੀਤਾ ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਿਆਈ ਦੇ ਕੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਸਾਰੀ ਸੰਗਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਸਾਡਾ ਰੂਪ ਕਰਕੇ ਜਾਣਨਾ ਹੈ। ਇਹਨਾਂ ਵਿੱਚ ਔਰ ਸਾਡੇ 'ਚ ਕਿਸੇ ਨੇ ਭੇਦ ਨਹੀਂ ਸਮਝਣਾ, ਫਰਕ ਨਹੀਂ ਸਮਝਣਾ। ਇਹ ਸਾਡਾ ਰੂਪ ਹੈ।
ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਲਗੀਧਰ ਗੁਰਦੇਵ ਜਿਸ ਵਕਤ ਗੁਰਗੱਦੀ ਤੇ ਬੈਠੇ, ਇੱਕ ਇਹੋ ਜਿਹੀ ਬੇਰਸੀ ਬਿਰਤੀ ਵਿੱਚ ਬੈਠੇ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੇਤਰਾਂ ਦੇ ਸਾਹਮਣੇ ਸੀ। ਹਿੰਦੁਸਤਾਨ ਦੇ ਲੋਕਾਂ ਤੇ ਹੋ ਰਹੇ ਜ਼ੁਲਮ, ਜਰਵਾਣਿਆਂ ਦੀ ਕਰੂਰ ਬਿਰਤੀ, ਉਹ ਗੁਰਦੇਵ ਦੇ ਨੇਤਰਾਂ ਦੇ ਸਾਹਮਣੇ ਸੀ। ਪਾਤਸ਼ਾਹ ਨੇ ਸ਼ਸਤਰਧਾਰੀ ਹੋਣਾ ਕੀਤਾ ਤੇ ਸ਼ਸਤਰਧਾਰੀ ਫੌਜ ਦਾ ਹੁਕਮ ਕੀਤਾ ਕਿ ਸੂਰਮੇ ਸ਼ਸਤਰਧਾਰੀ ਹੋਣ। ਗੁਰੂ ਘਰ ਵਿੱਚ ਜੰਗੀ ਤਿਆਰੀਆਂ ਪ੍ਰਾਰੰਭ ਹੋਈਆਂ। ਜਿੱਥੇ ਕਲਗੀਧਰ ਨੇ ਫੌਜ ਭਰਤੀ ਕੀਤੀ, ਉੱਥੇ ਰਣਜੀਤ ਨਗਾਰਾ ਬਣਵਾਇਆ। ਨਗਾਰਾ ਗਰਜਦਾ ਹੈ, ਦੁਸ਼ਮਣਾਂ ਦੇ ਦਿਲ ਭੈ ਭੀਤ ਹੋ ਕੇ ਕੰਬਦੇ ਨੇ, ਸਾਹਿਬ ਦੇ ਨਿਸ਼ਾਨ ਝੂਲਦੇ ਨੇ। ਫੌਜ ਦੀ ਜੰਗੀ ਕਵਾਇਦ ਕਰਾਣੀ, ਸ਼ਸਤਰ ਵਿਦਿਆ ਦਾ ਅਭਿਆਸ ਕਰਾਉਣਾ, ਜੰਗ ਯੁੱਧ ਦੇ ਦੌਰਾਨ ਕਿਵੇਂ ਲੜਨਾ ਹੈ, ਕਿਹੜੀਆਂ ਚੁਣੌਤੀਆਂ ਆ ਸਕਦੀਆਂ ਨੇ, ਉਹਨਾਂ ਦਾ ਸਾਹਮਣਾ ਕਿਵੇਂ ਕਰਨਾ ਹੈ, ਇਹ ਹਰ ਇੱਕ ਪ੍ਰਕਾਰ ਦੀ ਸਿੱਖਿਆ ਮਹਾਰਾਜ ਆਪਣੇ ਸਿੱਖਾਂ ਨੂੰ, ਆਪਣੇ ਖਾਲਸੇ ਨੂੰ ਬਖਸ਼ਦੇ। ਗੁਰਤਾ ਗੱਦੀ ਦੇ ਰਥ ਤੇ ਬੈਠ ਕੇ ਗੁਰੂ ਕਲਗੀਧਰ ਸਵਾਮੀ ਜੀ ਨੇ ਜਿੰਨਾ ਕੁਝ ਕੀਤਾ ਹੈ ਸਾਡੇ ਭਲੇ ਵਾਸਤੇ, ਉਹ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਜਿੱਥੇ ਸਾਨੂੰ ਸ਼ਸਤਰਧਾਰੀ ਹੋ ਕੇ ਆਪਣੇ ਹੱਕ ਮੰਗਣ ਦੀ ਜਾਚ ਦੱਸੀ, ਉੱਥੇ ਆਤਮ ਗਿਆਨ ਦੇ ਰਸ ਵਿੱਚ ਕਿਵੇਂ ਚੁੱਭੀ ਲਾਉਣੀ ਹੈ। ਨਿਰਾਕਾਰ ਵਾਹਿਗੁਰੂ ਪਰਮੇਸ਼ਰ 'ਚ ਕਿਵੇਂ ਅਭੇਦ ਹੋਣਾ, ਉਹ ਰਾਹ ਵੀ ਦੱਸਿਆ। ਸੰਤ ਪੁਣੇ ਦੀ ਬਿਰਤੀ ਤੇ ਸਿਪਾਹੀ ਪੁਣੇ ਦੀ ਬਿਰਤੀ, ਇਹ ਦੋਵੇਂ ਬਿਰਤੀਆਂ ਗੁਰਦੇਵ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀਆਂ। ਇਕਤਾਲੀ 42 ਸਾਲ ਦੀ ਉਮਰ, ਉਹਦੇ ਦੌਰਾਨ 14 ਜੰਗਾਂ ਲੜਨੀਆਂ, ਬੇਅੰਤ ਬਾਣੀ ਦੀ ਰਚਨਾ ਕਰਨੀ, ਗੁਰੂ ਨਾਨਕ ਸਾਹਿਬ ਦੇ ਮਹੱਲ ਨੂੰ ਉਸਾਰਨਾ, ਕਿੰਨਾ ਕੁਝ ਕਰ ਗਏ ਕਲਗੀਧਰ ਪਾਤਸ਼ਾਹ। ਸਾਡੇ ਵਰਗੇ ਗਰੀਬਾਂ ਨੂੰ, ਨਿਮਾਣਿਆਂ ਨੂੰ, ਲਤਾੜਿਆਂ ਨੂੰ, ਨਿਤਾਣਿਆਂ ਨੂੰ ਕਿਤਨਾ ਮਾਣ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਆ। ਗੁਰਦੇਵ ਦੇ ਬੇਅੰਤ ਗੁਣ ਨੇ ਜੋ ਅਸੀਂ ਤਾ ਜ਼ਿੰਦਗੀ ਲੱਖਾਂ ਕਰੋੜਾਂ ਰਲ ਕੇ ਵੀ ਗਾਇਨ ਕਰਨ ਲੱਗੀਏ ਤਾਂ ਅੰਤ ਨਹੀਂ ਆਉਣਾ। ਐਸੇ ਮਹਾਨ ਪਰਉਪਕਾਰੀ ਕਲਗੀਧਰ ਗੁਰਦੇਵ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ, ਗੁਰੂ ਖਾਲਸੇ ਪੰਥ ਨੂੰ, ਮਹਾਰਾਜ ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਵਧਾਈਆਂ ਹਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਔਰ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ
ਆਪਣੀ ਰਸਨਾ ਦੀ ਔਰ ਸੁਰਤੀ ਦੀ ਪਵਿੱਤਰਤਾ ਵਾਸਤੇ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਕੀ ਵਾਰ ਮਹੱਲਾ ਚੌਥਾ। ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਵਡਹੰਸ ਕੀ ਵਾਰ ਹੈ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ। ਇਹ ਵਾਰ ਹੈ, ਧੁਨੀ ਹੈ। ਵਾਰਾਂ ਦੀਆਂ ਧੁਨੀਆਂ ਹੁੰਦੀਆਂ, ਇਹਦੀ ਧੁਨੀ ਹੈ ਲੱਲਾ ਬਹਿਲੀਮਾ ਦੇ ਰਾਜੇ ਦੀ ਧੁਨੀ ਹੈ। ਰਾਜੇ ਲੱਲਾ ਦੇ ਦੇਸ਼ ਵਿੱਚ ਕਾਲ ਪੈ ਗਿਆ, ਮੀਂਹ ਨਹੀਂ ਸੀ ਪੈਂਦਾ, ਫਸਲ ਸੁੱਕਣ ਲੱਗੀ। ਰਾਜੇ ਬਹਿਲੀਮਾ ਦੇ ਕੋਲ ਉਹਨੇ ਪਾਣੀ ਦੀ ਮੰਗ ਕੀਤੀ, ਕਿਉਂਕਿ ਉਹਦੇ ਦੇਸ਼ ਵਿੱਚ ਨਹਿਰ ਵਗਦੀ ਸੀ ਪਾਣੀ ਦੀ। ਰਾਜੇ ਬਹਿਲੀਮਾ ਨੇ ਰਾਜੇ ਲੱਲਾ ਨੂੰ ਆਖਿਆ ਵੀ ਭਰਾਵਾ, ਗੱਲ ਏਦਾਂ ਹੈ ਵੀ ਮੇਰੇ ਸੂਬੇ ਦਾ ਪਾਣੀ ਹੈ, ਮੇਰੇ ਇਲਾਕੇ ਦਾ ਪਾਣੀ, ਤੈਨੂੰ ਪਾਣੀ ਦਿਆਂਗਾ, ਬਦਲੇ ਵਿੱਚ ਤੈਨੂੰ ਆਪਣੀ ਫਸਲ ਚੋਂ ਮੈਨੂੰ ਹਿੱਸਾ ਦੇਣਾ ਪੈਣਾ, 6ਵਾਂ। ਰਾਜੇ ਲੱਲਾ ਨੇ ਇਸ ਇਕਰਾਰਨਾਮੇ ਨੂੰ ਮੰਨ ਲਿਆ, ਪਾਣੀ ਲੈ ਲਿਆ। ਜਦੋਂ ਫਸਲ ਹੋਈ ਤੇ 6ਵਾਂ ਹਿੱਸਾ ਨਾ ਦਿੱਤਾ ਤਾਂ ਰਾਜੇ ਲੱਲਾ ਤੇ ਰਾਜੇ ਬਹਿਲੀਮਾ ਦਾ ਜੰਗ ਹੋਇਆ। ਬੜੀ ਸੂਰਬੀਰਤਾ ਨਾਲ ਜੰਗ ਹੋਇਆ। ਉਸ ਜੰਗ ਦੇ ਸਮੇਂ ਉਹਨਾਂ ਦੀ ਸੂਰਬੀਰਤਾ ਨੂੰ ਵੇਖ ਕੇ ਢਾਡੀਆਂ ਨੇ ਜਿਹੜੀਆਂ ਵਾਰਾਂ ਗਾਈਆਂ, ਜਿਹੜੀ ਧੁਨੀ ਬਣਾਈ, ਉਸ ਧੁਨੀ ਦਾ ਨਾਮ ਹੈ ਲੱਲਾ ਬਹਿਲੀਮਾ ਕੀ ਧੁਨ। ਉਸ ਧੁਨੀ ਦੇ ਉੱਤੇ ਇਸ ਵਾਰ ਨੂੰ ਗਾਇਨ ਕਰਨਾ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ, ਕਿਉਂਕਿ ਇਹ ਵਾਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਰ ਦੀ ਪ੍ਰਾਰੰਭਤਾ ਤੇ ਗੁਰਦੇਵ ਨੇ ਮੰਗਲਾਚਰਨ ਕੀਤਾ। ਅਕਾਲ ਪੁਰਖ ਇੱਕ ਹੈ, ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਵੀ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਤਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹਲਾ ਤੀਜਾ। ਸ਼ਲੋਕ ਤੀਸਰੇ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ ਉਚਾਰਨ ਕਰਦੇ ਹਨ। ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰਤਾਰ। ਜਿਹੜੇ ਮਾਈ ਭਾਈ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਵਡਹੰਸ ਨੇ। ਹੰਸ ਇੱਕ ਐਸਾ ਪੰਛੀ ਹੈ ਜਿਹਨੂੰ ਵਿਵੇਕੀ ਕਹਿੰਦੇ, ਕਿਉਂਕਿ ਉਹ ਦੁੱਧ ਤੇ ਪਾਣੀ ਉਹਨਾਂ ਦੋਨਾਂ ਨੂੰ ਵੱਖਰਾ ਕਰਨ ਦੀ ਸਮਰੱਥਾ ਰੱਖਦਾ। ਵਿਵੇਕੀ ਉਹ ਹੁੰਦਾ ਹੈ ਜਿਹੜਾ ਸੱਚ ਤੇ ਝੂਠ, ਜਿਹੜੇ ਦੋਵੇਂ ਆਪਸ ਵਿੱਚ ਮਿਲੇ ਹੋਏ ਨੇ, ਉਹਨਾਂ ਨੂੰ ਵੱਖਰਾ ਵੱਖਰਾ ਕਰ ਲੈ। ਤੁਸੀਂ ਆਖੋਗੇ ਸੱਚ ਵਿੱਚ ਝੂਠ ਕਿਵੇਂ ਮਿਲਿਆ ਰਹਿ ਸਕਦਾ? ਇਹ ਕਿਵੇਂ ਹੋ ਸਕਦਾ ਵੀ ਸੱਚ 'ਚ ਝੂਠ ਮਿਲਿਆ ਹੋਵੇ? ਸੱਚ 'ਚ ਝੂਠ ਮਿਲਿਆ ਨਹੀਂ ਹੁੰਦਾ, ਸਾਡੇ ਭਰਮ ਦੀ ਦਸ਼ਾ ਕਰਕੇ ਸਾਨੂੰ ਮਿਲਿਆ ਪ੍ਰਤੀਤ ਹੁੰਦਾ ਹੈ। ਸੱਚ ਤੇ ਝੂਠ ਮਿਲੇ ਹੋਏ ਪ੍ਰਤੀਤ ਹੁੰਦੇ। ਅਸਲੀਅਤ ਇਹ ਹੈ ਵੀ ਝੂਠ ਤੇ ਸੱਚ ਮਿਲ ਹੀ ਨਹੀਂ ਸਕਦੇ, ਪਰ ਜਿਹੜੀ ਸਾਡੀ ਭਰਮ ਦੀ ਦਸ਼ਾ ਹੈ, ਉਸ ਭਰਮ ਦੀ ਦਸ਼ਾ ਕਰਕੇ ਸਾਨੂੰ ਝੂਠ ਜਿਹੜਾ ਉਹ ਸੱਚ ਪ੍ਰਤੀਤ ਹੁੰਦਾ। ਜੋ ਸੱਚ ਹੁੰਦਾ ਉਹ ਨਜ਼ਰ ਨਹੀਂ ਆਉਂਦਾ। ਭਰਮ
ਉਹ ਭਰਮ ਕੀ ਹੈ? ਮੇਰੀਆਂ ਅੱਖਾਂ ਦੇ ਸਾਹਮਣੇ ਰੱਸੀ ਪਈ ਹੈ, ਚਾਨਣਾ ਨਹੀਂ, ਥੋੜਾ ਜਿਹਾ ਹਨੇਰਾ ਹੈ। ਨਾ ਬਹੁਤਾ ਚਾਨਣਾ, ਨਾ ਬਹੁਤਾ ਹਨੇਰਾ, ਰੱਸੀ ਹੈ ਪਰ ਉਹ ਟੇਢੀ ਜੀ ਪਈ ਹੋਈ ਹੈ, ਵੇਖਣ ਨੂੰ ਏਦਾਂ ਜਾਪ ਰਹੀ ਹੈ ਜਿਵੇਂ ਸੱਪ ਪਿਆ ਹੋਇਆ। ਰੱਸੀ ਸੱਚ ਹੈ, ਪਰ ਜਿਹੜਾ ਸੱਪ ਹੈ ਉਹਦੇ ਵਿੱਚ ਭਰਮ ਦੀ ਦਸ਼ਾ ਕਰਕੇ ਝੂਠ ਕਲਪਿਤ ਹੋ ਗਿਆ। ਹੁਣ ਸੱਚ ਵਿੱਚ ਝੂਠ ਕਲਪਿਤ ਹੋ ਗਿਆ ਭਰਮ ਦੀ ਦਸ਼ਾ ਕਰਕੇ। ਵਿਵੇਕੀ ਕੌਣ ਹੁੰਦਾ ਹੈ? ਜਿਹੜਾ ਇਹ ਪਹਿਚਾਣ ਕਰ ਲਵੇ ਕਿ ਇਹ ਸੱਪ ਨਹੀਂ, ਰੱਸੀ ਹੈ। ਇਹ ਉਦਾਹਰਣ ਦੇ ਕੇ ਮਹਾਂਪੁਰਸ਼ ਇਸ ਤਰ੍ਹਾਂ ਸਮਝਾਉਂਦੇ ਨੇ ਕਿ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਸੱਚ ਹੈ। ਉਸ ਸੱਚ ਪਰਮੇਸ਼ਰ ਵਿੱਚ ਇਹ ਜਿਹੜਾ ਜਗਤ ਹੈ, ਆਕਾਰ ਹੈ, ਇਸ ਨੂੰ ਅਸੀਂ ਆਪਣੇ ਭਰਮ ਦੀ ਦਸ਼ਾ ਕਰਕੇ ਕਲਪਿਤ ਕਰ ਲਿਆ ਵੀ ਇਹ ਸੰਸਾਰ ਹੈ। ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਕਰ ਲਈ, ਇਸੇ ਤਰ੍ਹਾਂ ਨਿਰਾਕਾਰ ਵਿੱਚ ਆਕਾਰ ਦੀ ਕਲਪਨਾ ਕਰ ਲਈ ਭਰਮ ਦੀ ਦਸ਼ਾ ਕਰਕੇ। ਹੁਣ ਇਹ ਜਿਵੇਂ ਸੱਪ ਨਹੀਂ ਹੈ, ਉਸੇ ਤਰ੍ਹਾਂ ਇਹ ਆਕਾਰ ਵੀ ਨਹੀਂ, ਭਰਮ ਦੀ ਦਸ਼ਾ ਕਰਕੇ ਸਾਨੂੰ ਦਿਸ ਰਿਹਾ। ਪਰਮ ਵਿਵੇਕੀ, ਜਿਸ ਨੂੰ ਇੱਥੇ ਗੁਰਦੇਵ ਨੇ ਵਡਹੰਸ ਕਹਿ ਕੇ ਸੰਬੋਧਨ ਕੀਤਾ ਹੈ, ਉਹ ਕੌਣ ਹੁੰਦਾ ਹੈ? ਜਿਹੜਾ ਵਾਸਤਵਿਕਤਾ ਨੂੰ ਪਹਿਚਾਣ ਲਵੇ, ਆਕਾਰ ਨੂੰ ਛੱਡ ਕੇ ਨਿਰਾਕਾਰ ਦਾ ਬੋਧ ਪ੍ਰਾਪਤ ਕਰ ਲਵੇ। ਉਹ ਆਖੇ ਨਾ ਵੀ ਆਕਾਰ ਨਹੀਂ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਆਕਾਰ ਤਾਂ ਹੈ ਹੀ ਨਹੀਂ, ਤਾਂ ਹਰੀ ਦਾ ਹੀ ਰੂਪ ਹੈ ਹੀ ਹਰ। ਸਾਰਿਆਂ ਵਿੱਚ ਹਰੀ ਵਿਆਪਕ ਹੈ। ਆਕਾਰ ਨੂੰ ਛੱਡ ਕੇ ਨਿਰਾਕਾਰ ਵਿੱਚ ਆਪਣੀ ਸੁਰਤ ਨੂੰ ਜੋੜ ਲਵੇ, ਜਾਂ ਇਸ ਤਰ੍ਹਾਂ ਮੋਟੇ ਲਫ਼ਜ਼ਾਂ 'ਚ ਕਹਿ ਲੋ, ਝੂਠ ਨੂੰ ਛੱਡ ਕੇ ਸੱਚ ਨੂੰ ਗ੍ਰਹਿਣ ਕਰ ਲਵੇ, ਉਹਨੂੰ ਕਹਿੰਦੇ ਨੇ ਵਡਹੰਸ, ਵੱਡਾ ਵਿਵੇਕੀ। ਔਰ ਇਹੋ ਜਿਹਾ ਵਡਹੰਸ ਕਦੋਂ ਬਣ ਹੁੰਦਾ ਹੈ? ਕੋਈ ਪਰਮ ਵਿਵੇਕੀ ਕਦੋਂ ਬਣ ਸਕਦਾ ਹੈ? ਜਦੋਂ ਉਹ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰੰਗਿਆ ਜਾਵੇ। ਸ਼ਬਦ ਰੱਤੇ ਵਡਹੰਸ ਹੈ। ਜਦੋਂ ਕੋਈ ਸਤਿਗੁਰਾਂ ਦੇ ਸ਼ਬਦ ਰੰਗਿਆ ਜਾਂਦਾ ਤਾਂ ਉਹ ਵਡਹੰਸ ਹੋ ਜਾਂਦਾ ਹੈ। ਔਰ ਵਡਹੰਸ ਹੋਇਆ ਪਰਮ ਵਿਵੇਕੀ ਪੁਰਸ਼, ਸੱਚ ਨਾਮ ਔਰ ਧਾਰ। ਉਹ ਸੱਚੇ ਨਾਮ ਨੂੰ ਆਪਣੇ ਹਿਰਦੇ 'ਚ ਧਾਰਨ ਕਰਦਾ ਹੈ, ਆਪਣੇ ਹਿਰਦੇ 'ਚ ਵਸਾਉਂਦਾ। ਉਸ ਦੇ ਹਿਰਦੇ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਵਸਦਾ ਹੈ। ਸੱਚ ਸੰਗ ਰਹਿ ਹੈ, ਸਾਧ ਸੱਚ ਰਹਿ ਹੈ, ਸੱਚਾ ਨਾਮ ਪਿਆਰ। ਉਹ ਸਦਾ ਸੱਚ ਨੂੰ ਗ੍ਰਹਿਣ ਕਰਦਾ, ਸਦਾ ਸੱਚ ਵਿੱਚ ਹੀ ਰਹਿੰਦਾ। ਸੱਚ ਸੰਗ ਰਹਿ, ਸੱਚ ਨੂੰ ਇਕੱਤਰ ਕਰਦਾ, ਸੱਚ ਵਿੱਚ ਹੀ ਰਹਿੰਦਾ, ਸੱਚਾ ਨਾਮ ਪਿਆਰ। ਪਰ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨਾਲ ਹੀ ਉਹਦਾ ਪਿਆਰ ਹੈ, ਕਿਉਂਕਿ ਉਹ ਵਿਵੇਕੀ ਹੋ ਗਿਆ। ਵਿਵੇਕੀ ਦੇ ਕੋਲ ਫਿਰ ਹਮੇਸ਼ਾ ਸੱਚ ਹੀ ਹੁੰਦਾ। ਉਹ ਸੱਚ ਨੂੰ ਇਕੱਤਰ ਕਰਦਾ, ਸੱਚ ਨੂੰ ਗ੍ਰਹਿਣ ਕਰਦਾ, ਔਰ ਉਹਦਾ ਹਮੇਸ਼ਾ ਨਾਮੀ ਵਾਹਿਗੁਰੂ ਪਰਮੇਸ਼ਰ ਸੱਚੇ ਨਾਮ ਨਾਲ ਪਿਆਰ ਹੈ। ਸਦਾ ਨਿਰਮਲ ਮੈਲ ਨ ਲੱਗਈ, ਨਦਰ ਕੀਤੀ ਕਰਤਾਰ। ਜਿਨ੍ਹਾਂ ਤੇ ਕਰਤਾਰ ਨੇ ਆਪਣੀ ਨਦਰ ਕੀਤੀ, ਜਿਨ੍ਹਾਂ ਨੇ ਨਿਰੰਕਾਰ ਦੀ ਦ੍ਰਿਸ਼ਟੀ ਦੇ ਪਾਤਰ ਬਣੇ ਨੇ, ਜਿਹੜੇ ਮਾਈ ਪਾਈ, ਜਿਨ੍ਹਾਂ ਤੇ ਸਤਿਗੁਰਾਂ ਨੇ ਕਰਤਾਰ ਨੇ ਨਦਰ ਕੀਤੀ। ਮਹਾਰਾਜ ਜੀ ਦਾ ਕਵੀ ਕਹਿੰਦਾ ਸਤਿਗੁਰਾਂ ਦੇ ਸਨਮੁਖ,
मेरे भाणे दूजो करतार तुहियों है। एक वो करतार है जिसने जगत की रचना की है, पर मैं तो महाराज जी तुहानू वेख रहा, तुसी ही मेरे करतार। ते जदों करतार नदर करदा है, करतार जी नदर करदे ने, उस वक्त फिर ये निर्मल ते पवित्र हो जाता है। ऐसा निर्मल कि इनू मुड़ के कदे किसी पाप कर्म की मैल नहीं लगती। सदा निर्मल मैल ना लगे, सदा लई निर्मल ते पवित्र हो जाता है। फिर इस दे अंतःकरण नूं कदे किसी भी प्रकार दे पाप कर्म की मैल नहीं लगती। हाँ जी। नानक हाउ तिन कै बलिहारन, जो आन दिन जप है मुरार। धन श्री गुरु अमरदास पातशाह फरमाउंदे ने कि मैं तिन्हां तो बलिहार जांदा हाँ, वारे वारे जांदा हाँ, जिहड़े रात दे नठे पैर उस वाहिगुरु परमेश्वर दे जाप नूं जपदे हन। मैं वारे वारे जांदा हाँ, बलिहार जांदा हाँ, जेड़े रात दिन अठे पैर उस निरंकार वाहिगुरु परमेश्वर दे जाप नूं जपदे हन। महला तीजा मैं जानिया वडहंस है, ता मैं किया संग। धन गुरु अमरदास पातशाह कहंदे भाई वेखो कई बार असीं पखंडियां नूं भी हंस समझ लैने, थोड़ा सुचेत हो के रहो। जे मैं जानिया भी शायद ये वडहंस है, परम विवेकी है, ये समझ के मैं इहदा संग कर लिया। हाँ जी। जे जाना बग बपुड़ा, ता जन्म ना देंदी अंग। पर जे मैं जानदा हुंदा भी ये हंस नहीं, ये तां बगला पखंडी है, ਤਾਂ मैं मुड़ तो ही कदे इसका संग ना करती। मैं समझिया सी वडहंस है, पर ये वडहंस नहीं निकलिया, ये तो बगला निकलिया, पखंडी। असी भी कई बार भरम की दशा विच किसी पखंडी नूं भी संत समझ बैठते। अचानक कोई इहो जी कला वरतदी है, पता लग जाता है जिस नूं मैं संत जानी बैठा सी वो तां पखंडी निकलिया, दुराचारी निकलिया। और अक्सर कई बार ऐसा भी हुंदा है, कई महात्मा ही कोई खेड़ इहो जी वरता दिंदे है कि वेखण वाला ही भरम जांदा है, उहनूं पहचान ही नहीं आउंदी भी ये संत है कि पखंडी है। कई बार ऐसी खेड़ भी वरत जाती। कबीर जी महाराज जी ने भी कुछ ऐसा किया, गंगा जल बोतल च पा लिया, वेखण वाले आखण कबीर शराब पी रहा। भरम की दशा उन्होंने भी आ गई, पर सीगा गंगा जल। नेड़े वाले भी कई बारी भरम जाते। गुरु नानक साहब ने हाथ च सोटा फड़िया, लक नाल रस्सा बन लिया, कुत्ते शिकारी नाल लै ले। बड़े सन जेड़े कोल रहन वाले भरम गए, आ की कई बार ऐसा भी हो जाता है। पर अक्सर संसार दे विच पखंडियां दी बहुतात मिलेगी, क्योंकि पखंड दी चमक दमक कली काल दे समय विच ज्यादा प्रभावित करती है, लोगों को आकर्षित करती है। जिथे चंगा पखंड होवे, जिथे चंगा ताम झाम होवे,
ਵੇਖਣ ਵਾਲੇ ਲੋਕ ਪ੍ਰਭਾਵਿਤ ਹੁੰਦੇ ਨੇ। ਸਿੱਧਾ ਸਾਦਾ ਜਿਹਾ ਇਨਸਾਨ ਨਿਰੰਕਾਰ ਦੀ ਬੰਦਗੀ ਕਰ ਰਿਹਾ, ਚਾਹੇ ਪੂਰਨਤਾ ਨੂੰ ਪ੍ਰਾਪਤ ਵੀ ਹੈ, ਲੋਕ ਉਸ ਨੂੰ ਸੰਤ ਨਹੀਂ ਜਾਣਨਗੇ। ਉਹ ਤਾਂ ਵੇਖਣਗੇ ਬਾਹਰ ਦਾ ਰੂਪ, ਬਾਹਰ ਦਾ ਪਹਿਰਾਵਾ, ਬਾਹਰ ਦਾ ਤਾਮ ਝਾਮ ਕਿੱਦਾਂ ਦਾ ਹੈ। ਇਸ ਕਰਕੇ ਕਈ ਵਾਰੀ ਬਾਹਰ ਦਾ ਤਾਮ ਝਾਮ ਵੇਖ ਕੇ ਭਰਮ ਜਾਂਦੇ। ਸਿੱਖ ਨੇ ਸੁਚੇਤ ਰਹਿਣਾ ਪਖੰਡੀਆਂ ਤੋਂ। ਗੁਰਦੇਵ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਤਿਪੁਰਸ਼ਾਂ ਦੀ ਸੰਗਤ ਨਹੀਂ ਕਰਨੀ, ਪਖੰਡੀਆਂ ਦੀ ਸੰਗਤ ਨਹੀਂ ਕਰਨੀ। ਹਾਂਜੀ। ਮਹੱਲਾ ਤੀਜਾ। ਹੰਸਾ ਵੇਖ ਤਰੰਦਿਆ, ਬੱਘਾ ਪੇ ਆਇਆ ਚਾਉ। ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਚਾਅ ਆਇਆ ਵੀ ਅਸੀਂ ਵੀ ਤਰੀਏ। ਪਖੰਡੀਆਂ ਨੂੰ ਚਾਅ ਆਇਆ ਵੀ ਵੇਖੋ ਸੰਤਾਂ ਦੀ ਬੜੀ ਪੂਜਾ ਹੁੰਦੀ ਹੈ, ਬੜੀ ਸੇਵਾ ਹੁੰਦੀ ਹੈ, ਬੜੀ ਮਾਣ ਵਡਿਆਈ ਹੈ ਇਹਨਾਂ ਦੀ, ਅਸੀਂ ਵੀ ਸੰਤ ਬਣੀਏ। ਪਖੰਡੀਆਂ ਨੂੰ ਵੀ ਚਾਅ ਜਾਗ ਪਿਆ। ਹਾਂਜੀ। ਡੁੱਬ ਮੂਏ ਬੱਗ ਬਪੂੜੇ, ਸਿਰ ਤਲ ਉੱਪਰ ਪਾਉ। ਬਗਲਿਆਂ ਨੂੰ ਚਾਅ ਆਇਆ ਹੰਸਾਂ ਨੂੰ ਤਰਦਿਆਂ ਵੇਖ ਕੇ। ਤਰਨ ਲੱਗੇ ਤੇ ਵਿਚਾਰੇ ਪੈਰ ਉੱਪਰ ਸਿਰ ਥੱਲੇ ਡੁੱਬ ਮਰੇ। ਸਤਿਪੁਰਸ਼ਾਂ ਸਾਧੂਆਂ ਨੂੰ ਵੇਖ ਕੇ ਪਖੰਡੀਆਂ ਦੇ ਮਨ 'ਚ ਚਾਅ ਆਇਆ ਵੀ ਅਸੀਂ ਵੀ ਸੰਤ ਬਣੀਏ। ਸੰਤਾਂ ਦੀ ਰੀਸ ਕੀਤਿਆਂ ਸੰਤ ਨਹੀਂ ਬਣ ਹੁੰਦਾ। ਸੰਤਾਂ ਦੀ ਕਹਿਣੀ ਸੁਣ ਕੇ ਮੰਨ ਕੇ ਜੋ ਉਹ ਕਹਿੰਦੇ ਨੇ ਉਹ ਕਰਕੇ ਸੰਤ ਬਣਿਆ ਜਾ ਸਕਦਾ। ਸੰਤਾਂ ਦੀ ਰੀਸ ਕਰਕੇ ਸੰਤ ਨਹੀਂ ਬਣ ਹੁੰਦਾ। ਸੰਤ ਜੋ ਕਹਿੰਦੇ ਨੇ ਉਸ ਦੀ ਕਮਾਈ ਕਰਕੇ ਸੰਤਗਿਰੀ ਨੂੰ ਪ੍ਰਾਪਤ ਕੀਤਾ ਜਾ ਸਕਦਾ। ਪਰ ਜੇ ਕੋਈ ਰੀਸ ਕਰੇਗਾ ਫਿਰ ਆ ਹਾਲਤ, ਡੁੱਬ ਮੂਏ ਬੱਗ ਬੱਪੜੇ, ਸਿਰ ਤਲ ਉੱਪਰ ਪਾਉ। ਹਾਂਜੀ। ਪੌੜੀ ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀਆ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਉਚਾਰਨ ਕਰਦੇ। ਤੂੰ ਆਪੇ ਹੀ ਆਪ ਆਪ ਹੈ। ਹੇ ਵਾਹਿਗੁਰੂ ਤੂੰ ਆਪ ਹੀ ਆਪ ਹੈ। ਹੇ ਵਾਹਿਗੁਰੂ ਜੀ ਤੁਹਾਡੇ ਬਿਨਾਂ ਕੋਈ ਦੂਜਾ ਨਹੀਂ। ਆਪ ਕਾਰਨ ਕੀਆ, ਆਪ ਹੀ ਸਾਰੇ ਜਗਤ ਦੇ ਕਾਰਨ ਨੂੰ ਕਰਨੇ ਵਾਲੇ। ਕਾਰਨ ਤੋਂ ਕਾਰਜ ਦੀ ਉਤਪਤੀ ਹੈ, ਤੈਸੇ ਇਸ ਜਗਤ ਦਾ ਕਾਰਨ ਸਰੂਪ ਹੈ ਵਾਹਿਗੁਰੂ ਜੀ ਤੁਸੀਂ ਖੁਦ ਆਪ ਹੋ। ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ। ਇਹ ਵਾਹਿਗੁਰੂ ਜੀ ਤੁਸੀਂ ਆਪੇ ਆਪ ਹੋ, ਨਿਰਾਕਾਰ ਹੋ, ਤੁਹਾਡੇ ਬਿਨਾਂ ਬੀਆ ਕੋਈ ਦੂਜਾ ਨਹੀਂ ਹੈ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰਹਿ ਸੋ ਥੀਆ। ਵਾਹਿਗੁਰੂ ਜੀ ਤੁਸੀਂ ਕਰਨ ਵਾਲੇ ਵੀ ਹੋ, ਕਾਰਨ ਵੀ ਹੋ, ਸਮਰੱਥ ਵੀ ਹੋ। ਔਰ ਇਤਨੇ ਸਮਰੱਥ ਹੋ ਜੋ ਚਾਹੇ ਮਰਜ਼ੀ ਕਰ ਸਕਦੇ, ਔਰ ਜੋ ਤੁਸੀਂ ਕਰਦੇ ਹੋ ਉਹ ਹੋ ਜਾਂਦਾ ਹੈ। ਹਾਂਜੀ। ਤੂੰ ਅਣ ਮੰਗਿਆ ਦਾਨ ਦੇਵਣਾ, ਸਭਨਾ ਜੀਆ। ਇਹ ਵਾਹਿਗੁਰੂ ਜੀ ਤੁਸੀਂ ਅਣ ਮੰਗਿਆ ਦਾਨ ਦੇਣ ਵਾਲੇ, ਬਿਨਾਂ ਮੰਗਿਆ। ਮੰਗਣਾ ਨਹੀਂ ਪੈਂਦਾ। ਸੰਸਾਰ ਦੇ ਸਮਸਤ ਜੀਵਾਂ ਨੂੰ ਤੁਸੀਂ ਬਿਨਾਂ ਮੰਗਿਆ ਦਾਨ ਦੇ ਰਹੇ। ਬਿਨਾਂ ਮੰਗਿਆ ਕਿਤਨਾ ਕੁਝ ਸਾਨੂੰ ਪ੍ਰਾਪਤ ਹੋ ਰਿਹਾ ਹੈ। ਹਾਂਜੀ। ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਸਾਰੇ ਆਖੋ ਹੇ ਸਤਿਗੁਰੂ ਜੀ ਤੁਸੀਂ ਵਾਹੋ ਹੋ, ਹੇ ਸਤਿਗੁਰੂ ਜੀ ਤੁਸੀਂ ਵਾਹੋ ਹੋ। ਕੈਸੇ ਸਤਿਗੁਰਾਂ ਨੂੰ ਵਾਹੋ ਕਹੀਏ
ਜਿਨ੍ਹਾਂ ਨੇ ਸਾਡੇ ਮੁਖ ਵਿੱਚ ਆਪਣੇ ਅੰਮ੍ਰਿਤ ਨਾਮ ਦਾ ਦਾਨ ਪਾਇਆ ਹੈ। ਸਾਡੇ ਮੁਖ ਵਿੱਚ ਨਾਮਦਾਨ ਪਾਇਆ ਹੈ। ਐਸੇ ਸਤਿਗੁਰਾਂ ਨੂੰ ਵਾਹੋ 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 ਕਹਿ ਕੇ ਸਲਾਹੀਏ।